ਦੋਸਤੋ, ਇਸ ਦੁਨੀਆ ਵਿੱਚ ਕਰਮ ਨੂੰ ਮੰਨਣ ਵਾਲੇ ਲੋਕ ਕਹਿੰਦੇ ਹਨ ਕਿ ਕਿਸਮਤ ਕੁਝ ਨਹੀਂ ਹੁੰਦੀ ਤੇ ਕੁਝ ਲੋਕ ਕਹਿੰਦੇ ਹਨ ਕਿ ਜੋ ਕਿਸਮਤ ਵਿੱਚ ਲਿਖਿਆ ਹੈ ਉਹ ਹੋ ਕੇ ਹੀ ਰਹਿੰਦਾ ਹੈ। ਜਾਣੀ ਕਿ ਇਨਸਾਨ ਕਰਮ ਤੇ ਕਿਸਮਤ ਇਹਨਾਂ ਦੋਹਾਂ ਬਿੰਦੂਆਂ ਦੇ ਵਿਚਕਾਰ ਹੀ ਘੁੰਮਦਾ ਰਹਿੰਦਾ ਹੈ, ਪਰ ਇਹ ਕਦੇ ਮੰਨਣ ਦੇ ਲਈ ਤਿਆਰ ਨਹੀਂ ਹੁੰਦਾ ਕਿ ਕਰਮ ਤੇ ਕਿਸਮਤ ਦੋਵੇਂ ਹੀ ਇੱਕ ਸਿੱਕੇ ਦੇ ਪਹਿਲੂ ਹਨ। ਜ਼ਿੰਦਗੀ ਵਿੱਚ ਦੋਹਾਂ ਦੀ ਇੱਕ ਸਮਾਨ ਹੀ ਮਹੱਤਤਾ ਹੈ। ਕਰਮ ਦੇ ਨਾਲ ਹੀ ਕਿਸਮਤ ਬਣਦੀ ਹੈ ਤੇ ਕਿਸਮਤ ਦੇ ਦੁਆਰਾ ਹੀ ਕਰਮ ਕੀਤੇ ਜਾਂਦੇ ਹਨ। ਅੱਜ ਦੀ ਕਹਾਣੀ ਕਰਮ ਤੇ ਕਿਸਮਤ ਦੇ ਟੌਪਿਕ ਤੇ ਆਧਾਰਿਤ ਹੈ। ਤੁਸੀਂ ਇਸ ਕਹਾਣੀ ਨੂੰ ਪੂਰਾ ਸੁਣੋ। ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਸਟਰੋਂਗ ਮੈਸੇਜ ਵੀ ਜ਼ਰੂਰ ਮਿਲੇਗਾ। ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਇੱਕ ਵਾਰ ਇੱਕ ਧਨਵਾਨ ਵਿਅਕਤੀ ਮੰਦਿਰ ਵਿੱਚ ਪਹੁੰਚਦਾ ਹੈ। ਉਸਦੇ ਪੈਰਾਂ ਵਿੱਚ ਨਵੇਂ ਬੂਟ ਪਾਏ ਹੋਏ ਸਨ ਤੇ ਉਹ ਬੂਟ ਕਾਫੀ ਮਹਿੰਗੇ ਸਨ। ਤਾਂ ਉਹ ਵਿਅਕਤੀ ਸੋਚਦਾ ਹੈ ਕਿ ਹੁਣ ਮੈਂ ਕੀ ਕਰਾਂ। ਜੇਕਰ ਮੈਂ ਬੂਟ ਬਾਹਰ ਲਾ ਕੇ ਅੰਦਰ ਗਿਆ ਤਾਂ ਕੋਈ ਨਾ ਕੋਈ ਮੇਰੇ ਬੂਟ ਉਠਾ ਕੇ ਲੈ ਜਾਵੇਗਾ ਤੇ ਮੇਰਾ ਮਨ ਵੀ ਪੂਜਾ ਕਰਦੇ ਸਮੇਂ ਪੂਜਾ ਵਿੱਚ ਨਹੀਂ ਲੱਗ ਪਾਵੇਗਾ, ਕਿਉਂਕਿ ਮੇਰਾ ਧਿਆਨ ਤਾਂ ਬੂਟਾਂ ਵਿੱਚ ਹੀ ਰਹੇਗਾ। ਉਹ ਇਹ ਸੋਚ ਹੀ ਰਿਹਾ ਸੀ ਤਾਂ ਉਦੋਂ ਹੀ ਉਸਦਾ ਧਿਆਨ ਮੰਦਿਰ ਦੇ ਬਾਹਰ ਬੈਠੇ ਇੱਕ ਭਿਖਾਰੀ ਤੇ ਪੈਂਦਾ ਹੈ। ਉਹ ਧਨਵਾਨ ਵਿਅਕਤੀ ਭਿਖਾਰੀ ਨੂੰ ਕਹਿੰਦਾ ਹੈ ਕਿ ਮੈਂ ਮੰਦਿਰ ਦੇ ਵਿੱਚ ਮੱਥਾ ਟੇਕਣ ਜਾਣਾ ਹੈ, ਪੂਜਾ ਕਰਨ ਦੇ ਲਈ ਜਾਣਾ ਹੈ। ਕੀ ਤੂੰ ਉਹਨਾਂ ਚਿਰ ਮੇਰੇ ਬੂਟਾਂ ਦਾ ਖਿਆਲ ਰੱਖੇਂਗਾ? ਤਾਂ ਭਿਖਾਰੀ ਕਹਿੰਦਾ ਹੈ ਕਿ ਹਾਂ, ਰੱਖ ਲਵਾਂਗਾ, ਮੈਂ ਇੱਥੇ ਹੀ ਬੈਠਾ ਹਾਂ, ਤੁਸੀਂ ਨਿਸ਼ਚਿੰਤ ਹੋ ਕੇ ਪੂਜਾ ਕਰਕੇ ਆਓ। ਤੇ ਫਿਰ ਉਹ ਆਦਮੀ ਮੰਦਿਰ ਵਿੱਚ ਜਾਂਦਾ ਹੈ ਤੇ ਪੂਜਾ ਕਰਦਾ ਹੈ ਤੇ ਸੋਚਦਾ ਹੈ ਕਿ ਪਰਮਾਤਮਾ, ਤੂੰ ਇੱਕ ਐਸੀ ਦੁਨੀਆ ਬਣਾਈ ਹੈ, ਕਿਸੇ ਨੂੰ ਤਾਂ ਇੰਨੀ ਸੰਪਤੀ ਦੇ ਦਿੱਤੀ, ਉਹ ਆਪਣੇ ਪੈਰਾਂ ਵਿੱਚ ਹਜ਼ਾਰਾਂ ਦੇ ਮਹਿੰਗੇ ਬੂਟ ਪਾਉਂਦਾ ਹੈ ਤੇ ਕਿਸੇ ਨੂੰ ਸਿਰਫ ਆਪਣਾ ਢਿੱਡ ਭਰਨ ਦੇ ਲਈ ਭੀਖ ਮੰਗਣੀ ਪੈਂਦੀ ਹੈ। ਕਿੰਨਾ ਚੰਗਾ ਹੁੰਦਾ ਜੇਕਰ ਦੁਨੀਆ ਵਿੱਚ ਸਾਰੇ ਲੋਕ ਇੱਕ ਸਮਾਨ ਹੁੰਦੇ। ਉਹ ਧਨਵਾਨ ਵਿਅਕਤੀ ਮਨ ਹੀ ਮਨ ਸੋਚਦਾ ਹੈ ਕਿ ਜਦੋਂ ਉਹ ਬਾਹਰ ਜਾ ਕੇ ਉਸ ਭਿਖਾਰੀ ਤੋਂ ਆਪਣੇ ਬੂਟ ਲਵੇਗਾ ਤਾਂ ਉਸ ਨੂੰ 200 ਰੁਪਏ ਦਾ ਨੋਟ ਜ਼ਰੂਰ ਦੇਵੇਗਾ। ਵਿਚਾਰੇ ਦੀ ਹਾਲਤ ਕਿੰਨੀ ਬੁਰੀ ਹੈ, ਇਸ ਦੇ ਨਾਲ ਉਸ ਦਾ ਕੁਝ ਭਲਾ ਹੋ ਜਾਵੇਗਾ। ਪਰ ਜਦੋਂ ਉਹ ਵਿਅਕਤੀ ਮੰਦਿਰ ਵਿੱਚੋਂ ਪੂਜਾ ਕਰਕੇ ਬਾਹਰ ਆਉਂਦਾ ਹੈ ਤਾਂ ਦੇਖਦਾ ਹੈ ਨਾ ਹੀ ਉੱਥੇ ਉਹ ਭਿਖਾਰੀ ਹੈ ਤੇ ਨਾ ਹੀ ਉਸ ਦੇ ਬੂਟ ਹਨ। ਤਾਂ ਵਿਅਕਤੀ ਸੋਚਦਾ ਹੈ ਕਿ ਸ਼ਾਇਦ ਉਹ ਭਿਖਾਰੀ ਉਸ ਦੇ ਬੂਟ ਲੈ ਕੇ ਭੱਜ ਗਿਆ। ਫਿਰ ਸੋਚਦਾ ਹੈ ਕਿ ਸ਼ਾਇਦ ਉਹ ਭਿਖਾਰੀ ਇੱਧਰ ਉੱਧਰ ਕੰਮ ਗਿਆ ਹੋਵੇ, ਉਸ ਨੂੰ ਕੋਈ ਕੰਮ ਪੈ ਗਿਆ ਹੋਵੇ। ਤਾਂ ਉਹ ਵਿਅਕਤੀ ਕੁਝ ਦੇਰ ਤੱਕ ਭਿਖਾਰੀ ਦਾ ਇੰਤਜ਼ਾਰ ਕਰਦਾ ਹੈ ਕਿ ਸ਼ਾਇਦ ਉਹ ਭਿਖਾਰੀ ਆ ਹੀ ਜਾਵੇ, ਪਰ ਉਸ ਵਿਅਕਤੀ ਦੇ ਬਹੁਤ ਦੇਰ ਤੱਕ ਇੰਤਜ਼ਾਰ ਕਰਨ ਦੇ ਬਾਅਦ ਵੀ ਉਹ ਭਿਖਾਰੀ ਵਾਪਸ ਨਹੀਂ ਆਉਂਦਾ। ਤੇ ਫਿਰ ਉਹ ਵਿਅਕਤੀ ਦੁਖੀ ਮਨ ਦੇ ਨਾਲ ਮੰਦਿਰ ਤੋਂ ਆਪਣੇ ਘਰ ਵੱਲ ਨੂੰ ਨੰਗੇ ਪੈਰੀ ਚੱਲ ਪੈਂਦਾ ਹੈ। ਥੋੜੀ ਦੂਰ ਤੱਕ ਚੱਲਣ ਤੋਂ ਬਾਅਦ ਉਹ ਦੇਖਦਾ ਹੈ ਕਿ ਇੱਕ ਵਿਅਕਤੀ ਫੁੱਟਪਾਥ ਤੇ ਰਸਤੇ ਵਿੱਚ ਬੈਠਾ ਬੂਟ ਚੱਪਲਾਂ ਵੇਚ ਰਿਹਾ ਹੈ। ਤਾਂ ਉਹ ਮਨ ਵਿੱਚ ਸੋਚਦਾ ਹੈ ਕਿ ਨੰਗੇ ਪੈਰੀ ਜਾਣ ਤੋਂ ਚੰਗਾ ਹੈ ਕਿ ਮੈਂ ਇੱਕ ਜੋੜੀ ਚੱਪਲਾਂ ਖਰੀਦ ਲਵਾਂ। ਫਿਰ ਉੱਥੇ ਜਾ ਕੇ ਉਹ ਦੇਖਦਾ ਹੈ ਕਿ ਉਸਦੇ ਬੂਟ ਵੀ ਉੱਥੇ ਵੇਚਣ ਦੇ ਲਈ ਰੱਖੇ ਹੋਏ ਹਨ। ਤਾਂ ਉਹ ਇਹ ਦੇਖ ਕੇ ਬਹੁਤ ਹੈਰਾਨ ਹੁੰਦਾ ਹੈ ਤੇ ਫਿਰ ਥੋੜਾ ਧਮਕਾ ਕੇ ਉਸ ਫੁੱਟਪਾਥ ਤੇ ਬੈਠੇ ਹੋਏ ਆਦਮੀ ਤੋਂ ਪੁੱਛਦਾ ਹੈ ਕਿ ਇਹ ਮੇਰੇ ਬੂਟ ਹਨ, ਤੇਰੇ ਕੋਲ ਕਿਵੇਂ ਆਏ? ਤੂੰ ਮੇਰੇ ਬੂਟ ਇੱਥੇ ਵੇਚਣ ਦੇ ਲਈ ਕਿਵੇਂ ਰੱਖੇ? ਤਾਂ ਉਹ ਬੂਟ ਵੇਚਣ ਵਾਲਾ ਆਦਮੀ ਉਸ ਨੂੰ ਦੱਸਦਾ ਹੈ ਕਿ ਉਹਨਾਂ ਬੂਟਾਂ ਨੂੰ ਇੱਕ ਭਿਖਾਰੀ ਉਸਦੇ ਕੋਲ 200 ਰੁਪਏ ਵਿੱਚ ਵੇਚ ਗਿਆ ਸੀ। ਤਾਂ ਉਸ ਆਦਮੀ ਦੇ ਮੂੰਹੋਂ ਇਹ ਗੱਲ ਸੁਣਨ ਤੋਂ ਬਾਅਦ ਉਹ ਧਨਵਾਨ ਵਿਅਕਤੀ ਥੋੜੀ ਦੇਰ ਉੱਥੇ ਹੀ ਖੜਾ ਕੁਝ ਸੋਚਦਾ ਰਹਿੰਦਾ ਹੈ ਤੇ ਫਿਰ ਮਨ ਹੀ ਮਨ ਮੁਸਕਰਾਉਂਦਾ ਹੈ ਤੇ ਫਿਰ ਉਸ ਆਦਮੀ ਤੋਂ 200 ਰੁਪਏ ਵਿੱਚ ਆਪਣੇ ਬੂਟ ਖਰੀਦਦਾ ਹੈ, ਪਹਿਨਦਾ ਹੈ ਤੇ ਆਪਣੇ ਘਰ ਵੱਲ ਨੂੰ ਚੱਲ ਪੈਂਦਾ ਹੈ। ਉਸ ਦਿਨ ਉਸ ਧਨਵਾਨ ਵਿਅਕਤੀ ਨੂੰ ਆਪਣੇ ਕਈ ਸਵਾਲਾਂ ਦੇ ਜਵਾਬ ਮਿਲ ਗਏ ਸੀ ਤੇ ਉਹ ਸੋਚਣ ਲੱਗਾ ਸੀ ਕਿ ਕਦੇ ਵੀ ਸਮਾਜ ਵਿੱਚ ਸਮਾਨਤਾ ਨਹੀਂ ਆ ਸਕਦੀ, ਕਿਉਂਕਿ ਸਾਡੇ ਦੁਆਰਾ ਕੀਤੇ ਗਏ ਕਰਮ ਕਦੇ ਵੀ ਇੱਕ ਸਮਾਨ ਨਹੀਂ ਹੋ ਸਕਦੇ। ਹਰੇਕ ਇਨਸਾਨ ਦੀ ਕਿਸਮਤ ਵਿੱਚ ਪ੍ਰਮਾਤਮਾ ਨੇ ਕੁਝ ਨਾ ਕੁਝ ਲਿਖ ਦਿੱਤਾ ਹੈ ਕਿ ਕਿਸ ਨੂੰ ਕਦੋਂ ਤੇ ਕਿੰਨਾ ਮਿਲੇਗਾ, ਪਰ ਇਹ ਨਹੀਂ ਲਿਖਿਆ ਕਿ ਉਹ ਕਿਵੇਂ ਮਿਲੇਗਾ, ਕਿਉਂਕਿ ਸਾਡੇ ਕਰਮ ਹੀ ਤੈਅ ਕਰਦੇ ਹਨ। ਜਿਵੇਂ ਕਿ ਭਿਖਾਰੀ ਦੇ ਲਈ ਉਸ ਦਿਨ ਤੈਅ ਸੀ ਕਿ ਉਸ ਨੂੰ 200 ਰੁਪਏ ਮਿਲਣਗੇ, ਪਰ ਉਹ ਕਿਵੇਂ ਮਿਲਣਗੇ ਇਹ ਉਸ ਭਿਖਾਰੀ ਨੇ ਆਪਣੇ ਕਰਮ ਦੁਆਰਾ ਤੈਅ ਕੀਤਾ। ਦੋਸਤੋ, ਸਾਡੇ ਦੁਆਰਾ ਕੀਤੇ ਗਏ ਕਰਮ ਹੀ ਦੁੱਖ ਸੁੱਖ, ਜਿੱਤ ਹਾਰ, ਸਵਰਗ ਨਰਕ ਤੈਅ ਕਰਦੇ ਹਨ। ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਦੁਖੀ ਹੁੰਦੇ ਹਨ ਤੇ ਪ੍ਰਮਾਤਮਾ ਨੂੰ ਦੋਸ਼ ਦਿੰਦੇ ਰਹਿੰਦੇ ਹਨ, ਪਰ ਅਸਲ ਦੇ ਵਿੱਚ ਉਹ ਆਪਣੀ ਕਿਸਮਤ ਦੇ ਆਪਣੇ ਦੁੱਖ ਦੇ ਕਾਰਨ ਖੁਦ ਹੀ ਹੁੰਦੇ ਹਨ। ਜੈਸੇ ਉਹਨਾਂ ਨੇ ਕਰਮ ਕੀਤੇ ਹਨ ਵੈਸਾ ਹੀ ਫਲ ਪਾਇਆ ਹੁੰਦਾ ਹੈ। ਫਾਲਤੂ ਵਿੱਚ ਹੀ ਉਹ ਲੋਕ ਪ੍ਰਮਾਤਮਾ ਨੂੰ ਬਲੇਮ ਕਰਦੇ ਰਹਿੰਦੇ ਹਨ, ਪ੍ਰਮਾਤਮਾ ਨੂੰ ਦੋਸ਼ ਦਿੰਦੇ ਰਹਿੰਦੇ ਹਨ। ਸੋ ਦੋਸਤੋ, इसी जन्म में ये 2 काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। ਸੋ ਦੋਸਤੋ, ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।